गुड मॉर्निंग स्टूडेंट्स। हाँ जी बेटा, साढ़े किहड़े किहड़े रिश्ते साढ़े घरां दे विच हुंदे हैं? दादा दादी, चाचा ताया, माता पिता, है ना। बहुत सारे रिश्ते इहो ਜਿਹੇ ਹੁੰਦੇ हैं ਜਿਹੜੇ ਸਾਡੇ ਘਰਾਂ ਦੇ ਵਿੱਚ ਹੁੰਦੇ। कई बार ਹੁੰਦਾ भी साढ़े नेड़े तेड़े रहते ਹੁੰਦੇ हैं, कई बार दूर भी रहते ਹੁੰਦੇ हैं, पर प्यार साਡਾ ਉਹਨਾਂ ਨਾਲ ਉਨਾ ਹੀ ਹੁੰਦਾ। ਜਿਵੇਂ ਆਪਾਂ ਕਹੀਏ ਮਾਮੇ ਮਾਸੀਆਂ ਵੀ ਹੁੰਦੇ ਆ। ਹੁਣ ਦਾਦਕੇ ਘਰ ਦੇ ਕਿਹੜੇ ਕਿਹੜੇ ਰਿਸ਼ਤੇ ਹੁੰਦੇ ਆ? ਦਾਦਕੇ ਘਰ ਸਮਝਦੇ ਹੋ ਨਾ, ਪਿਤਾ ਦੇ ਜਿਹੜਾ ਪਰਿਵਾਰ ਹੁੰਦਾ ਹੈ ਉਹਨੂੰ ਅਸੀਂ ਦਾਦਕਾ ਘਰ ਕਹਿ ਦਿੰਦੇ ਹਾਂ, ਅਤੇ ਮਾਤਾ ਦਾ ਜਿਹੜਾ ਪਰਿਵਾਰ ਹੁੰਦਾ ਉਹਨੂੰ ਅਸੀਂ ਨਾਨਕਾ ਘਰ ਕਹਿੰਦੇ ਹਾਂ। ਹੁਣ ਪਿਤਾ ਦੀ ਜਿਹੜੀ ਫੈਮਿਲੀ ਹੁੰਦੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਰਿਸ਼ਤੇ ਹੁੰਦੇ ਆ? ਹਾਂਜੀ, ਦਾਦਾ ਦਾਦੀ, ਸਭ ਤੋਂ ਪਹਿਲਾਂ ਮਾਤਾ ਪਿਤਾ, ਦਾਦਾ ਦਾਦੀ, ਤਾਇਆ ਤਾਈ, ਚਾਚਾ ਚਾਚੀ, ਭੂਆ ਫੁੱਫੜ, ਹੈ ਨਾ। ਬੇਟਾ ਜਿਹੜਾ ਸਾਡਾ ਅੱਜ ਦਾ ਪਾਠ ਹੈ ਉਹ ਇਹਨਾਂ ਰਿਸ਼ਤਿਆਂ ਨਾਲ ਹੀ ਸੰਬੰਧਿਤ ਹੈ। ਰਿਸ਼ਤਿਆਂ ਦੇ ਵਿੱਚ ਬੜਾ ਪਿਆਰਾ ਇੱਕ ਰਿਸ਼ਤਾ ਹੈ ਭੂਆ ਦਾ ਰਿਸ਼ਤਾ। ਭੂਆ ਬੇਸ਼ੱਕ ਨਾਲ ਨਾ ਰਹਿੰਦੀ ਹੋਵੇ ਪਰ ਫਿਰ ਵੀ ਆਪਣੇ ਭਤੀਜੇ ਭਤੀਜਿਆਂ ਨਾਲ ਉਹਦਾ ਮੋਹ ਬਹੁਤ ਹੁੰਦਾ ਹੈ ਨਾ। ਅਤੇ ਇਸ ਪਾਠ ਦੇ ਵਿਚਕਾਰ ਤੁਹਾਨੂੰ ਇਹਦੇ ਨਾਮ ਤੋਂ ਹੀ ਜਜਮੈਂਟ ਹੋ ਜਾਏਗੀ ਬੇਟੇ। ਭੂਆ ਜਿਹੜਾ ਪਾਠ ਹੈ ਤੁਹਾਡਾ ਇੱਕ ਕਹਾਣੀ ਹੈ ਜਿਸ ਦੇ ਜਿਹੜੇ ਕਹਾਣੀਕਾਰ ਹਨ ਨਾਨਕ ਸਿੰਘ ਜੀ ਹਨ। ਇਹਨਾਂ ਨੇ ਆਪਣੇ ਇਸ ਪਾਠ ਦੁਆਰਾ ਪੁਰਾਣੇ ਸਮੇਂ ਦੇ ਵਿਚਕਾਰ ਜਿਹੜਾ ਰਿਸ਼ਤਿਆਂ ਪ੍ਰਤੀ ਮੋਹ ਹੁੰਦਾ ਸੀ ਉਹਦਾ ਜ਼ਿਕਰ ਬੇਟੇ ਕੀਤਾ ਹੈ। ਹੁਣ ਅੱਜ ਕੱਲ੍ਹ ਅਸੀਂ ਇੰਨੇ ਜ਼ਿਆਦਾ ਬਿਜ਼ੀ ਹੋ ਚੁੱਕੇ ਹਾਂ ਵੀ ਸਾਨੂੰ ਮਤਲਬ ਕਹਿ ਲਓ ਸਮਾਂ ਹੀ ਨਹੀਂ ਮਿਲਦਾ, ਜਾਂ ਕਈ ਮਜਬੂਰੀਆਂ ਬਸ ਅਸੀਂ ਰਿਸ਼ਤੇ ਨਿਭਾ ਹੀ ਨਹੀਂ ਸਕਦੇ। ਉਸ ਤਰ੍ਹਾਂ ਨਹੀਂ ਨਿਭਾ ਸਕਦੇ ਜਿਵੇਂ ਪਹਿਲਾਂ ਨਿਭਾਉਂਦੇ ਹੁੰਦੇ ਸੀ। ਨਿਭਾਉਂਦੇ ਤਾਂ ਹੁਣ ਵੀ ਆ, ਪਰ ਸਮੇਂ ਦੀ ਘਾਟ ਕਰਕੇ ਕਿ ਸਾਰੇ ਅੱਜ ਕੱਲ੍ਹ ਬਿਜ਼ੀ ਹੈ, ਵਰਕਿੰਗ ਹੈ, ਜ਼ਿਆਦਾਤਰ ਲੋਕ ਜਿਹੜੇ ਵਰਕਿੰਗ ਹੈ, ਤਾਂ ਰਿਸ਼ਤੇ ਜਿਹੜੇ ਨਿਭਾਉਣ ਵਾਸਤੇ ਸਾਨੂੰ ਸਮਾਂ ਹੀ ਨਹੀਂ ਮਿਲਦਾ। ਇੱਕ ਫੋਰਮੈਲਿਟੀ ਜੀ ਰਹਿ ਗਈ ਦੇਖਿਆ ਜਾਂਦਾ ਰਿਸ਼ਤੇ ਜਿਹੜੇ। ਬੇਟੇ ਇਸ ਕਹਾਣੀ ਦੇ ਵਿਚਕਾਰ ਕਹਾਣੀਕਾਰ ਨੇ ਦੱਸਿਆ ਵੀ ਜਿਹੜੀ ਉਹ ਕਿਸੇ ਫੰਕਸ਼ਨ 'ਤੇ ਜਾਂਦਾ ਹੈ, ਕਿਸੇ ਸ਼ਾਦੀ 'ਤੇ ਜਾਂਦਾ, ਮੈਰਿਜ 'ਤੇ ਜਾਂਦਾ, ਅਤੇ ਉੱਥੇ ਜਦੋਂ ਜਾਂਦਾ ਵਿਆਹ 'ਤੇ, ਤਾਂ ਵਿਆਹ ਵਾਲੇ ਘਰ ਦਾ ਮਾਹੌਲ ਦੱਸਿਆ ਵੀ ਹੈਵੀ ਜਿਹੜਾ ਖਾਣਾ ਖਾ ਕੇ ਉਹ ਇੰਨਾ ਅੱਕ ਜਾਂਦਾ ਹੈ ਕਿ ਉਹ ਫੈਸਲਾ ਕਰਦਾ ਵੀ ਥੋੜ੍ਹੀ ਦੂਰ ਉਹਦੀ ਭੂਆ ਦਾ ਪਿੰਡ ਹੈ ਉੱਥੇ ਚਲਾ ਜਾਏਗਾ, ਕਿਉਂਕਿ ਭੂਆ ਨੂੰ ਬੜੇ ਚਿਰ ਬਾਅਦ ਮਿਲ ਰਿਹਾ ਹੁੰਦਾ ਹੈ। ਮਤਲਬ ਉਹਦੇ ਮਨ ਵਿੱਚ ਇੱਛਾ ਹੁੰਦੀ ਵੀ ਮੈਂ ਭੂਆ ਦੇ ਘਰ ਜਾਵਾਂ, ਮੈਂ ਮਿਲ ਜਾਵਾਂ, ਕਿਉਂਕਿ ਉਹਦੇ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਭੂਆ ਹੀ ਰਹਿ ਜਾਂਦੀ ਹੈ ਜਿਹੜੀ ਹੁਣ ਜ਼ਿੰਦਾ ਹੁੰਦੀ ਹੈ। ਬਾਕੀ ਸਾਰੇ ਜਿਹੜੇ ਹੈ ਉਹ ਗੁਜ਼ਰ ਚੁੱਕੇ ਹੁੰਦੇ ਆ, ਮਤਲਬ ਉਹਨਾਂ ਦੀ ਡੈਥ ਹੋ ਚੁੱਕੀ ਹੁੰਦੀ ਹੈ। ਸਿਰਫ ਇੱਕ ਭੂਆ ਦਾ ਰਿਸ਼ਤਾ ਹੀ ਰਹਿ ਜਾਂਦਾ ਹੈ ਜਿਹਨੂੰ ਮਤਲਬ ਉਹਨੂੰ ਮਿਲਿਆ ਬਹੁਤ ਸਾਲ ਹੋ ਜਾਂਦੇ ਆ, ਮਤਲਬ 10 ਤੋਂ ਜ਼ਿਆਦਾ ਸਾਲ ਹੋ ਜਾਂਦੇ ਆ ਆਪਣੀ ਭੂਆ ਨੂੰ ਮਿਲਿਆ ਨਹੀਂ ਹੁੰਦਾ। ਤਾਂ ਉਹਦੇ ਮਨ ਵਿੱਚ ਹੁੰਦਾ ਵੀ ਚਲੋ ਹੁਣ ਮੈਂ ਨੇੜੇ ਦੇ ਪਿੰਡ ਵਿਚਕਾਰ ਆਇਆ, ਆਪਣੀ ਭੂਆ ਦੇ ਘਰ ਵੀ ਚਲਾ ਜਾਣਾ। ਇਹ ਇੰਨੀ ਇੰਟਰਸਟਿੰਗ ਬੇਟੇ ਕਹਾਣੀ ਹੈ। ਇਹਦੇ ਵਿਚਕਾਰ ਦੱਸਿਆ ਵੀ ਭੂਆ ਭਤੀਜੇ ਦਾ ਜਿਹੜਾ ਮੋਹ ਹੈ, ਪਿਆਰ ਹੈ ਆਪਸ ਦੇ ਵਿਚਕਾਰ, ਵੀ ਭੂਆ ਜਿਹੜੀ ਹੈ ਉਹਨੂੰ ਯਾਦ ਆਉਂਦਾ ਵੀ ਜਿਹੜੀ ਉਹਦੀ ਭੂਆ ਹੈ ਉਹਨੂੰ ਕਿਸ ਤਰ੍ਹਾਂ ਉਹਦੇ ਵਾਸਤੇ ਉਹਨੂੰ ਪਿਆਰ ਕਰਦੀ ਸੀ, ਉਹਦੇ ਵਾਸਤੇ ਖਾਣਾ ਬਣਾਉਂਦੀ ਸੀ, ਰੋਟੀਆਂ ਬਣਾਉਂਦੀ ਸੀ, ਪਤਲੇ ਪਤਲੇ ਫੁਲਕੇ ਬਣਾਉਂਦੀ ਹੁੰਦੀ ਸੀ, ਉਹਨੂੰ ਸਕੂਲ ਛੋੜਨ ਜਾਂਦੀ ਸੀ। ਉਹਨਾਂ ਨੂੰ ਯਾਦ ਹੁੰਦਾ। ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਬੱਚਿਆਂ ਦੇ ਜਿਹੜੀਆਂ ਭੂਆ ਹੋਣਗੀਆਂ ਹੈ ਨਾ, ਉਹ ਤੁਹਾਨੂੰ ਬਹੁਤ ਪਿਆਰ ਕਰਦੀਆਂ ਹੋਣਗੀਆਂ, ਅਤੇ ਬਾਅਦ ਵਿੱਚ ਜਦੋਂ ਉਹਨਾਂ ਦੀ ਮੈਰਿਜ ਹੋ ਜਾਂਦੀ ਤਾਂ ਆਪਣੇ ਘਰ ਚਲੀ ਜਾਂਦੀ ਹੈ, ਤਾਂ ਤੁਸੀਂ ਉਹਨਾਂ ਨੂੰ ਮਿਸ ਜ਼ਰੂਰ ਕਰਦੇ ਹੋ। ਪਰ ਜਦੋਂ ਫਿਰ ਕੋਈ ਦਿਨ ਤਿਉਹਾਰ ਆਉਂਦਾ ਹੈ ਤੁਸੀਂ ਭੂਆ ਕਰ ਜਾਂਦੇ ਹੋ ਜਾਂ ਭੂਆ ਤੁਹਾਡੇ ਘਰ ਆਉਂਦੀ ਹੈ, ਤਾਂ ਤੁਸੀਂ ਮਤਲਬ ਉਹ ਬਹੁਤ ਵਧੀਆ ਜਿਹੜਾ ਸਮਾਂ ਉਹਨਾਂ ਨਾਲ ਬਿਤਾਉਂਦੇ ਹੋ। ਠੀਕ ਹੈ। ਅਤੇ ਬੇਟੇ ਇਹਦੇ ਵਿੱਚ ਇਹੀ ਦੱਸਿਆ ਵੀ ਜਦੋਂ ਜਿਹੜਾ ਸਾਡਾ ਲੇਖਕ ਹੈ ਉਹ ਜਦੋਂ ਚਲਾ ਜਾਂਦਾ ਹੈ, ਮਤਲਬ ਵਿਆਹ 'ਤੇ ਜਾਂਦਾ ਤਾਂ ਬਹੁਤ ਜ਼ਿਆਦਾ ਹੈਵੀ ਖਾ ਕੇ ਉਹ ਅੱਕ ਜਾਂਦਾ ਹੈ, ਅਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਵੀ ਹੁਣ ਚਲੋ ਮੈਨੂੰ ਦਾਲ ਫੁਲਕਾ ਮਿਲੇ, ਅਤੇ ਸੋਚਦਾ ਵੀ ਵਿਆਹ ਵਾਲੇ ਘਰ 'ਚ ਤਾਂ ਮੈਨੂੰ ਨਹੀਂ ਮਿਲਣਾ, ਤਾਂ ਉਹ ਚਲਾ ਜਾਂਦਾ ਆਪਣੀ ਭੂਆ ਦੇ ਘਰ। ਹੁਣ ਭੂਆ ਦਾ ਜਿਹੜਾ ਬੇਟਾ ਪਿੰਡ ਹੁੰਦਾ ਉਹ ਦੂਰ ਹੁੰਦਾ, ਅਤੇ ਉੱਥੇ ਟਰਾਂਸਪੋਰਟ ਕੋਈ ਨਹੀਂ ਹੁੰਦੀ, ਮਤਲਬ ਆਉਣ ਜਾਣ ਦਾ ਕੋਈ ਜ਼ਰੀਆ ਨਹੀਂ ਹੁੰਦਾ, ਤਾਂ ਉਹ ਪੈਦਲ ਤੁਰਦਾ ਹੀ ਜਾਂਦਾ। ਅੱਗੇ ਲੋਕ ਪੈਦਲ ਹੀ ਜਾਂਦੇ ਹੁੰਦੇ ਸੀ। ਕਾਫੀ ਸਮਾਂ ਉਹਨਾਂ ਨੂੰ ਤੁਰਦੇ ਤੁਰਦੇ ਲੱਗ ਜਾਂਦਾ, ਅਤੇ ਉਹ ਬਹੁਤ ਟਾਈਮ ਦੇ ਬਾਅਦ ਆਪਣੀ ਭੂਆ ਦੇ ਘਰ ਬੇਟੇ ਪਹੁੰਚਦਾ ਹੈ। ਜਦੋਂ ਆਪਣੀ ਭੂਆ ਦੇ ਕੋਲ ਜਾਂਦਾ, ਜਾ ਕੇ ਉਹਨਾਂ ਨੂੰ ਪੈਰੀ ਪਾਉਣਾ ਕਰਦਾ ਹੈ, ਪੈਰੀਆਂ ਲਗਾਉਂਦਾ ਉਹਨਾਂ ਦੇ, ਅਤੇ ਕਿਉਂਕਿ ਸਾਨੂੰ ਵੱਡਿਆਂ ਦਾ ਬੇਟੇ ਸਤਿਕਾਰ ਕਰਨਾ ਚਾਹੀਦਾ ਹੈ। ਤਾਂ ਉਹ ਜਿਹੜੀ ਚੀਜ਼ ਹੈਗੀ ਸੰਸਕਾਰ ਜਿਹੜੇ ਸਾਡੇ ਇੱਥੋਂ ਹੀ ਪਤਾ ਲੱਗਦੇ ਵੀ ਅਸੀਂ ਕਿੰਨੇ ਕੁ ਸਾਨੂੰ ਸਮਝ ਹੈ ਅਤੇ ਕਿੰਨੇ ਅਸੀਂ ਸਿਆਣੇ। ਉਹ ਜਾ ਕੇ
अपनी भूआ के पैरी पाना करता है। तो जो देखता भी भूआ ना मतलब उन्होंने चंगी तरह पछाणदी नहीं, तो उन्होंने इदा लगता भी मैं आया, पर भूआ ने मैंने वो जो मोह प्यार नहीं किया जिस तरह मैंने बचपन के विचार करती सी। बड़ा महसूस जहा करता है। फिर उन्होंने पता लगता भी जी भूआ है उन्होंने अंधराते की कसर है। अंधराता बेटा होंगे कि रात के वेले शाम के वेले किसी व्यक्ति को घट दिखता है, तो वो दस फिर जो भूआ कहती भी मैं तेन पछाता नहीं, पछाता मतलब पहचानिया नहीं भी तू कौन है। तो फिर वो दसदा भी मैं तेरा भतीजा, तो वो फिर उस तो सदके जाती है, वारी जाती है, मतलब कहती है भी बड़ी खुश होंगी वो भूआ भी मेरे घर मेरा भतीजा आया। वो अपनी नूह को बुलाती है चंदन को, उन्होंने कहती भी तुम बाहर आ देख मेरा भतीजा आया, भी आके सेवा सूवा कर। नाल ही वो अपने पोते पोतियां को बुलाती है हूँ भी तुहाडा ताया आया है। वो आके सारे वो आले दुआले बच्चे जड़े होंगे वो आले दुआले चिमड़ जाते। बेशक उन्होंने कभी मिले नहीं होंगे अपने ताए को, पर फिर भी उन्होंने दादी उन्होंने कहती है तो वो बड़ा मोह जोड़ा है वो दिखाते हैं। हूँ वो जी भरजाई होंगी है, मतलब जी भूआ की नूह होंगी है, भूआ कहती है भी तू फटाफट जा भी मुंडा सवेर का भूखा भाना होना, ये वास्ते कुछ खाण नहीं लैके अंदर जाती है। भूआ को बहुत रोकता है भी मैं ब्याह वाले घरों होके आया तो मैं कुछ नहीं खाना, पर जी भूआ होंगी है वो जो मोह ही अलग होंगे। उन्होंने हूँ मेरा भतीजा इन्ने साल बाद आया है भी तू ये वास्ते खाण पीन का अरेंजमेंट कर। जो वो नूह होंगी है भूआ की, वो फटाफट भजी जाती है तो खाण पीन का अरेंजमेंट करती है। बड़ी मतलब शौक के नाल वो वास्ते खाना तैयार किया जाता है। बिल्कुल चक्की के पूड़ जो एडे बड़े परौंठे, चक्की के पूड़ मतलब चक्की का जोड़ा सर्कल जो नहीं होंदा चक्की पीसन वाली जिस आप आटा पीसते हैं, वो पूड़ची के मतलब बड़े बड़े परौंठे जोड़े हैं वो तैयार करती है। हूँ की होंगे जो मतलब वो तैयार करती है, वो घ्यो के नाल लथपथ होंगे है, सब्जी होंगी है एडे बड़े थाल के विचकार सच के वो सामने आता है। वो कहते मतलब देखता है कहता भी मैं तो रोटी तो भज के मैं इतने आया मैं हल्का फुल्का कुछ खाण नहीं मिलेगा। बड़ा मना करने के बावजूद भी उन्होंने वो रोटी खानी पैंती क्योंकि भूआ ने बड़े प्यार के नाल तैयार करवाई होंगी है। हूँ नाल ही सेवियां का अंबार लग्या होंगे, अंबार मतलब होंगे बेटा ढेर जहा लग्या होंगे, अंबार लग्या होंगे तो वो कहता भी मैं चल परौंठे तो मैं खा भी लवांगा। हूँ ये सेवियां का अंबार कौन खाएगा, तो भूआ फिर मोह कहती है पुत्र ये तो सिर्फ मूँह मीठा करने लिए है कि है थोड़ा जहा तो है तू खा ले। हूँ जो वो खाना शुरू करता है पर वो इन्ना हैवी होया होंगे वो खाया नहीं जाता। हजे इस चीज़ को मना कर ही रहा होंगे तो भूआ की नूह चढ़ी है अंदरों जोड़ा घ्यो का कोल गर्म करके डोंगा जहा बाउल जहा गर्म करके लिया है तो सेवियां के उत्ते उल्टा देती है। वो सारे पासे फैलता होया घ्यो भी इधर उधर निकल जाता है, ठीक है, थाल के विच फैल जाता है। हूँ खाण की हिम्मत बिल्कुल नहीं होंगी, पर जी भूआ की नूह होंगी है वो उसनों मना भी नहीं कर सकता, औखे सौखे खाना शुरू करता है। हूँ भूआ जी है वो मन के विचकार आता भी मेरा भतीजा किधरे भूखा ना रह जाए इन्ने साल बाद आया। तो भूआ उन्होंने कहती है भी होर लिया रोटी, वो मना करता रहता, वो फिर समझाता है भी नहीं मैं तो ब्याह वाले घरों आया मैंने बहुत ज़्यादा हैवी फील हो रहा है भी मैं नहीं खा सकता। वो टालता पर भूआ तो किसी तरीके गल मनने को तैयार ही नहीं होती। फिर चलो औखे सौखे खाना शुरू करता है। फिर वो सोचता है भी चलो हूँ जे भूआ को तो अंदर हत्ते की कसर है भी उन्होंने घट दिखता है, इदा करा भी जड़िया सेवियां उन्होंने एक रुग भर के ना थोड़ा जहा चक के इधर उधर किधरे सुट देना तो देख आले दुआले निगाह मारता है, देखता है उत्थे एक तंदूर जाता, सोचता भी तंदूर के चल सुट देना भी चलो भी मैनू भी जो मौका मिलेगा रात वेले फिर वो उत्ते सुआह जी करके उन्होंने ढक देंगा तो पता ही नहीं लगेगा। हजे सोच ही रहा होंगे तो जी उसकी भरजाई होंगी वो अंदर चली जाती है, अंदर जाती है तो वो सोचता भी चल हूँ मैंने मौका मिले हूँ मैं इस तरह करके कोई सेवियां उधर उधर सुट देना, चलो भूआ का भी मन रह जाएगा, वो भी उदास नहीं होगी भी मैं खाया नहीं। फिर कहते भी हजे ये सोच ही होंगे भी वो बड़ा खुश होंगे भी अंदर भूआ की नूह तो अंदर चली गई। जो वापस आती है तो वो फिर एक होर परौंठा चक के ले आती है भी वो प्लेट के लिया के थाल के रख देंगे। वो होर परेशान हो जाता भी ये तो मेरी माड़ी कंडीशन होगी भी मैं तो खाण पीन के कारण ही किधरे मारी ना जावा। कहते भूआ कहती भी मैं एक बार कहते साढ़े पिंडा मिलता कि अगों भूआ उन्होंने कहती है
ਵੀ ਪਿੰਡਾਂ 'ਚ ਤਾਂ ਕੁਝ ਮਿਲਦਾ ਹੀ ਨਹੀਂ ਹੈ। ਸ਼ਹਿਰਾਂ ਦੇ ਵਿੱਚ ਤਾਂ ਮੂੰਹਾਂ 'ਚੋਂ ਕੁਝ ਗੱਲ ਕੱਢੋ, ਨਾਲ ਦੇ ਨਾਲ ਤਿਆਰ ਕਰਕੇ ਦੱਸਦੀ ਹੈ ਵੀ ਮੈਂ ਇੱਕ ਵਾਰੀ ਆਪਣੀ ਕੀ ਕਹਿੰਦੇ ਆਪਣੀ ਜਠਾਣੀ ਦੇ ਫੁੱਲ ਲੈ ਕੇ ਹਰਿਦੁਆਰ ਗਈ ਸੀ। ਜਦੋਂ ਮੈਂ ਗਈ ਸੀ ਉਹ ਮੈਂ ਆਪਣੇ ਮੁੰਡੇ ਨੂੰ ਵੀ ਕਹਿੰਦੀ ਹਾਂ ਵੀ ਮੈਨੂੰ ਇੱਕ ਵਾਰੀ ਦੁਬਾਰਾ ਹਰਿਦੁਆਰ ਸ਼ੰਕਰ ਨੂੰ ਕਹਿੰਦੀ ਹਾਂ ਮੈਨੂੰ ਲੈ ਜਾ, ਪਰ ਮੈਨੂੰ ਲੈ ਕੇ ਨਹੀਂ ਜਾਂਦਾ। ਕਈ ਵਾਰੀ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਨਾ, ਉਹ ਬੜੇ ਗਿਲੇ ਸ਼ਿਕਵੇ ਜਿਹੜੇ ਜਦੋਂ ਰਿਸ਼ਤੇਦਾਰ ਮਿਲਦੇ ਤਾਂ ਉਹਨਾਂ ਨਾਲ ਕਰ ਲੈਂਦੇ ਆ। ਹੁਣ ਉਹ ਆਪਣੇ ਵੱਲੋਂ ਪਰੇਸ਼ਾਨ ਹੁੰਦਾ ਵੀ ਮੈਂ ਨਹੀਂ ਇੰਨਾ ਖਾ ਸਕਦਾ, ਕਿਉਂਕਿ ਹੁਣ ਜਿਹੜੇ ਸ਼ਹਿਰੀ ਲੋਕ ਹੈ ਬੇਟਾ ਉਹਨਾਂ ਦੀ ਡਾਇਟ ਥੋੜ੍ਹੀ ਜਿਹੀ ਫਿਰ ਵੀ ਘੱਟ ਹੁੰਦੀ ਹੈ। ਬੜੇ ਮਤਲਬ ਤਰੀਕੇ ਸੋਚਦਾ ਵੀ ਕਿਸ ਤਰੀਕੇ ਨਾਲ ਬਚਿਆ ਜਾਵੇ, ਪਰ ਭੂਆ ਜਿਹੜੀ ਹੈ ਉਹ ਤਾਂ ਬਚਣ ਦਾ ਨਾਮ ਨਿਸ਼ਾਨ ਹੀ ਨਹੀਂ। ਆਪਣੇ ਮਨ ਹੀ ਮਨ ਸੋਚਦਾ ਰਹਿੰਦਾ ਵੀ ਪਹਿਲਾਂ ਤੂੰ ਕਿਧਰੇ ਆਪਣੀ ਜਠਾਣੀ ਦੇ ਫੁੱਲ ਲੈ ਕੇ ਗਈ ਸੀ, ਹੁਣ ਮੈਨੂੰ ਖਵਾ ਖਵਾ ਕੇ ਇੰਨਾ ਨਾ ਮਾਰਦੀ ਵੀ ਹੁਣ ਮੇਰੇ ਵੀ ਫੁੱਲ ਤੈਨੂੰ ਲੈ ਕੇ ਜਾਣੇ ਪੈਣਾ। ਕਹਿੰਦੀ ਹੈ ਵੀ ਕਹਿੰਦਾ ਨਹੀਂ ਵੀ ਮੈਂ ਹੋਰ ਨਹੀਂ ਖਾ ਸਕਦਾ। ਜਦੋਂ ਹੋਰ ਲੈ ਕਹਿੰਦੇ ਫਿਰ ਵਿਚਾਰਾ ਔਖਾ ਸੌਖਾ ਫਿਰ ਅੱਧਾ ਪਰੌਂਠਾ ਜਾਂ ਬੇਟਾ ਖਾ ਲੈਂਦਾ। ਸੇਵੀਆਂ ਫਿਰ ਉੱਥੇ ਖੜੀਆਂ, ਸੇਵੀਆਂ ਨੂੰ ਚੁੱਕਣ ਕੇ ਸੁੱਟਣ ਦੀ ਕੋਸ਼ਿਸ਼ ਕਰਨ ਸੋਚਦਾ ਅਤੇ ਬੜਾ ਔਖਾ ਸੌਖਾ ਚਲੋ ਰੋਟੀ ਆਪਣੀ ਖਤਮ ਕਰਦਾ ਹੈ। ਹੁਣ ਜਿਹੜੀ ਭੂਆ ਹੈ ਉਹ ਕਹਿੰਦੀ ਹੈ ਵੀ ਹੁਣ ਤੂੰ ਇਹਦੇ ਵਾਸਤੇ ਦੁੱਧ ਲਿਆ। ਦੁੱਧ ਦਾ ਛੰਨਾ ਭਰ ਲੈਂਦਾ। ਪਹਿਲਾਂ ਬੇਟੇ ਛੰਨਿਆਂ ਦੇ ਵਿੱਚ ਲੋਕ ਜਿਹੜੇ ਆ ਦੁੱਧ ਪੀਂਦੇ, ਬਾਬਾ ਟਾਈਪ 'ਚ ਹੁੰਦੇ ਦੁੱਧ ਪੀਂਦੇ ਸੀ। ਕਹਿੰਦੇ ਸੋਚਦਾ ਵੀ ਹੁਣ ਮੈਂ ਮਸਾਂ ਤਾਂ ਰੋਟੀ ਖਾਧੀ ਹੈ, ਹੁਣ ਮੈਂ ਦੁੱਧ ਕਿਵੇਂ ਪੀਵਾਂ। ਚਲੋ ਦੁੱਧ ਜਾਣ ਬੁੱਝ ਕੇ ਮੰਜੇ ਦੀ ਸਾਈਡ 'ਤੇ ਰੱਖ ਦਿੰਦਾ। ਹੁਣ ਉਹ ਇੰਨੀ ਚੌੜੀ ਨਹੀਂ ਹੁੰਦੀ ਵੀ ਐਡਾ ਭਾਰਾ ਜਿਹੜਾ ਛੰਨਾ, ਇੰਨਾ ਵੱਡੇ ਸਾਈਜ਼ ਦਾ ਛੰਨਾ ਜਿਹੜਾ ਉਹ ਸੰਭਾਲ ਸਕੇ। ਉਹ ਗਿਰ ਜਾਂਦਾ ਦੁੱਧ, ਮਤਲਬ ਸੋਚਦਾ ਵੀ ਇਹਨੂੰ ਪਕੜਾ ਦੇਣਾ, ਚਲੋ ਉੱਥੇ ਰੱਖਦਾ ਵੀ ਚੱਲ ਨਿਕਲ ਕੇ ਗਿਰ ਜੇ। ਫਿਰ ਉਹਨੂੰ ਪਕੜਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਰੱਖ ਦੇ, ਆਪਣੀ ਭਾਬੀ ਨੂੰ ਭਰਜਾਈ ਨੂੰ ਕਹਿੰਦਾ ਵੀ ਇਹ ਰੱਖ ਦਿਓ, ਮੈਂ ਠਹਿਰ ਕੇ ਪੀਆਂਗਾ। ਇਹਨਾਂ ਨੂੰ ਉਹ ਪਿੱਛੇ ਹੋ ਜਾਂਦੀ ਵੀ ਨਹੀਂ ਤੁਸੀਂ ਖਾ ਲਓ। ਉਹ ਕਹਿੰਦੇ ਉਹ ਜਦੋਂ ਪਿੱਛੇ ਹੁੰਦੀ ਹੈ ਅਤੇ ਜਿਹੜਾ ਛੰਨਾ ਹੁੰਦਾ ਉਹਦੇ ਹੱਥ ਦੇ ਵਿੱਚੋਂ ਗਿਰ ਜਾਂਦਾ ਅਤੇ ਜਿਹੜਾ ਦੁੱਧ ਜਿਹੜਾ ਹੈ ਉਹ ਥੱਲੇ ਗਿਰ ਜਾਂਦਾ ਸਾਰਾ। ਹੁਣ ਦੁੱਧ ਥੱਲੇ ਗਿਰਦਾ ਬੇਟੇ ਜਦੋਂ, ਅਤੇ ਭੂਆ ਆਵਾਜ਼ ਆਪਣੀ ਸੁਣ ਕੇ ਡੰਗੋਰੀ ਮਾਰਦੀ, ਆਪਣੀ ਸੋਟੀ ਦੀ ਡੰਗੋਰੀ ਮੀਨਸ ਸੋਟੀ ਖੜਕਾਉਂਦੀ ਆਉਂਦੀ, ਪੁੱਛਦੀ ਉਹਨੂੰ ਵੀ ਕੀ ਹੋਗਾ, ਆਪਣੀ ਨੂੰ ਪੁੱਛਦੀ। ਉਹ ਕਹਿੰਦੀ ਵੀ ਦੁੱਧ ਗਿਰ ਗਿਆ। ਉਹ ਕਹਿੰਦੀ ਵੀ ਕਿਸ ਤਰ੍ਹਾਂ ਹੈਗੀ ਆ ਵੀ ਚੱਲ ਤੂੰ ਕੋਈ ਗੱਲ ਨਹੀਂ, ਗਿਰ ਗਿਆ ਤਾਂ ਅੰਦਰ ਹੋਰ ਦੁੱਧ ਲਿਆ। ਫਿਰ ਉਹ ਕਹਿੰਦੀ ਵੀ ਮੈਂ ਨਾ ਦੁੱਧ ਵੀ ਕਿੱਥੋਂ ਲੈ ਕੇ ਆਵਾਂ, ਮੈਂ ਤਾਂ ਸਾਰੇ ਦੁੱਧ ਨੂੰ ਜਾਗ ਲਗਾਤੀ। ਜਾਗ ਲਗਾਉਣਾ ਮਤਲਬ ਦਹੀਂ ਜਮਾਤਾ ਦੁੱਧ ਦਾ, ਹੈ ਨਾ। ਅਤੇ ਕਹਿੰਦੇ ਵੀ ਮੈਂ ਤਾਂ ਦੁੱਧ ਦੀ ਜਾਗ ਲਗਾਤੀ। ਫਿਰ ਉਹ ਆਪਣੀ ਮੂੰਹ ਨੂੰ ਪੁੱਛਣ ਲੱਗ ਜਾਂਦੀ ਹੈ। ਫਿਰ ਉਹ ਕਹਿੰਦੀ ਚੱਲ ਤੂੰ ਛੱਡ, ਇਸ ਤਰ੍ਹਾਂ ਕਰ ਤੂੰ ਨਾਲ ਵਾਲਿਆਂ ਦੇ ਘਰੋਂ ਜਿਹੜਾ ਉਹ ਦੁੱਧ ਮੰਗ ਲਿਆ। ਹੁਣ ਨਾਲ ਵਾਲਿਆਂ ਦੇ ਘਰ ਜਦੋਂ ਜਾਂਦੀ ਹੈ ਦੁੱਧ ਲੈਣ ਵਾਸਤੇ, ਉਹਦੀ ਨੂੰਹ ਜਦੋਂ ਦੁੱਧ ਲੈਣ ਵਾਸਤੇ ਜਾਂਦੀ ਹੈ ਤਾਂ ਕਹਿੰਦੇ ਵਾਪਿਸ ਜਦੋਂ ਆਉਂਦੀ ਹੈ ਉਹ ਸੋਚ ਹੀ ਰਿਹਾ ਹੁੰਦਾ ਲੇਖਕ ਵੀ ਹੁਣ ਇਹਨੂੰ ਦੁੱਧ ਨਾ ਮਿਲੇ, ਵੀ ਮੇਰੀ ਤਾਂ ਬਹੁਤ ਪਰੇਸ਼ਾਨੀ ਹੋ ਜਾਏਗੀ, ਮੇਰੀ ਤਾਂ ਜਾਨ ਨਿਕਲੀ ਖਾ ਕੇ। ਤਾਂ ਉਹ ਕਹਿੰਦੀ ਵੀ ਦੁੱਧ ਜਦੋਂ ਦੇਖਦੇ ਹੋ ਕਹਿੰਦੀ ਵਾਪਿਸ ਆਉਂਦੀ ਹੈ, ਖਾਲੀ ਛੰਨਾ ਲੈ ਕੇ ਆ ਜਾਂਦੀ ਹੈ। ਤਾਂ ਜਦੋਂ ਉਹਦੀ ਸੱਸ ਨੂੰ ਪੁੱਛਦੀ ਹੈ, ਮਤਲਬ ਉਹ ਲੇਖਕ ਦੀ ਭੂਆ ਨੂੰ ਪੁੱਛਦੀ ਵੀ ਕੀ ਗੱਲ ਤੂੰ ਖਾਲੀ ਕਿਉਂ ਆ ਗਈ। ਤਾਂ ਉਹ ਕਹਿੰਦੀ ਵੀ ਨਾਲ ਵਾਲੇ ਉਹ ਜਿਹੜੀ ਕੱਟੀ ਸੀ ਨਾ ਉਹ ਦੁੱਧ ਚੋਂ ਗਈ। ਫਿਰ ਉਸ ਦਿਨ ਸਾਰੇ ਪਿੰਡ ਦਾ ਦੁੱਧ ਹੁਣ ਹੀ ਖਤਮ ਹੋਣਾ ਸੀ ਜਦੋਂ ਮੇਰੇ ਘਰ ਮੇਰਾ ਭਤੀਜਾ ਆਇਆ, ਮਤਲਬ ਲਾਡ ਦਿਖਾਉਂਦੀ ਹੈ ਨਾ ਉਹਨੂੰ। ਫਿਰ ਉਹ ਆਪਣੇ ਭਤੀਜੇ ਨੂੰ ਕਹਿੰਦੀ ਮੇਰਾ ਦਿਲ ਸੀ ਵੀ ਮੈਂ 2 ਘੜੀਆਂ ਬੈਠ ਕੇ ਤੇਰੇ ਨਾਲ ਗੱਲਾਂ ਬਾਤਾਂ ਕਰਾਂ, ਪਰ ਤੂੰ ਥੱਕਿਆ ਪਿਆ ਹੈ। ਫਿਰ ਮੈਂ ਸੋਚਿਆ ਤੂੰ ਆਰਾਮ ਕਰ ਲੈ। ਕਹਿੰਦੇ ਇੰਨੇ ਨੂੰ ਕਹਿੰਦੇ ਜਿਹੜੇ ਦਿਲ ਉਹ ਸੋਚਣ ਲੱਗ ਗਿਆ ਵੀ ਹੁਣ ਇਹ ਜਿਹੜੀ ਭੂਆ ਹੈ ਨਾ ਮੈਨੂੰ ਖਵਾ ਕੇ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਮੈਨੂੰ ਵੀ ਉਹਨੂੰ ਹਰਿਦੁਆਰ ਪਹੁੰਚਾ ਕੇ ਇਹ ਸ਼ਾਂਤੀ ਇਹਨੂੰ ਆਏਗੀ। ਫਿਰ ਉਹ ਸੋਚਦੀ ਰਹਿੰਦੀ ਕਹਿੰਦੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਵੀ ਦੁੱਧ ਤਾਂ ਹੁਣ ਮਿਲਿਆ ਨਹੀਂ। ਫਿਰ ਉਹ ਕਹਿੰਦੀ ਚੱਲ ਭੁੱਖਾ ਭਾਣਾ ਹੀ ਸੋਏਗਾ ਆਪਣਾ ਮੇਰਾ ਭਤੀਜਾ ਜਿਹੜਾ ਉਹ ਵਿਚਾਰੇ ਨੂੰ ਭੁੱਖਾ ਭਾਣਾ ਹੀ ਸੋਣਾ ਪਏਗਾ। ਇਹੀ ਸੋਚਦੇ ਕਹਿੰਦੇ ਆਪਣੀ ਨੂੰਹ ਨੂੰ ਨਾ ਘੂਰਦੀ ਹੈ, ਉਹਨੂੰ ਕੋਸਣਾ ਸ਼ੁਰੂ ਕਰ ਦਿੰਦੀ ਹੈ। ਫਿਰ ਉਹਨੂੰ ਕਹਿੰਦੀ ਹੈ ਵੀ ਅਸੀਂ ਤੈਨੂੰ ਦੱਸਦੀ ਹੈ ਆਪਣੇ ਭਤੀਜੇ ਨੂੰ, ਮਤਲਬ ਲੇਖਕ ਨੂੰ ਦੱਸਦੀ ਹੈ ਵੀ ਕਿੰਨੇ ਜ਼ਫਰ ਜ਼ਾਲ ਕਿ ਅਸੀਂ ਤੈਨੂੰ ਕਿੰਨੀਆਂ ਅਰਦਾਸਾਂ ਕਰਕੇ ਮੁਸ਼ਕਿਲਾਂ ਦੇ ਨਾਲ ਅਸੀਂ ਤੈਨੂੰ ਹਾਸਲ ਕੀਤਾ ਪਰਮਾਤਮਾ ਨੇ। ਫਿਰ ਕਹਿੰਦੀ ਇਹ ਇਹਨਾਂ ਗੱਲਾਂ ਨੂੰ ਸੁਣਾਉਂਦੀ ਕਹਿੰਦੀ ਹੈ ਵੀ ਚੱਲ ਹੁਣ ਮੈਂ ਤੂੰ ਸੋ ਜਾ। ਬਈ ਸੁਣਦੇ ਹੀ ਕਹਿੰਦੇ ਭੂਆ ਜਿਹੜੀ ਉਹ ਬੋਲ ਉਠਦੀ, ਕਹਿੰਦੀ ਵੀ ਬੜਾ ਮਹਿਸੂਸ ਕਰਦੀ ਹੈ ਵੀ ਮੇਰਾ ਭਤੀਜਾ ਜਿਹੜਾ ਉਹ ਭੁੱਖਾ ਸੋ ਰਿਹਾ ਹੁਣ। ਅਤੇ ਕਹਿੰਦੇ ਸ਼ਰਮਿੰਦਗੀ ਵੀ ਮਹਿਸੂਸ ਕਰਦੀ ਹੈ, ਉਹਨੂੰ ਗੁੱਸਾ ਵੀ ਆਉਂਦਾ ਹੈ। ਅਤੇ ਆਪਣੇ ਭਤੀਜੇ ਦੀ ਜਿਹੜੀ ਹੈ ਉਹ ਪਿੱਠ ਪਲੋਸਦੀ ਹੈ, ਮਤਲਬ ਉਹਨੂੰ ਪਿਆਰ ਨਾਲ ਉਹਦੇ ਪਿੱਠ 'ਤੇ ਹੱਥ ਫੇਰਦੀ ਹੈ। ਕਹਿੰਦੇ ਸੋ ਜਾ ਤੂੰ ਮਾਂ ਸਦਕੇ, ਹੈ ਨਾ, ਵੀ ਤੈਨੂੰ ਚੱਲ ਤੂੰ ਹੁਣ ਆਰਾਮ ਕਰ ਲੈ, ਤੂੰ ਥੱਕਿਆ ਹੋਏਗਾ। ਅਤੇ ਕਹਿੰਦੇ ਜਿਹੜਾ ਲੇਖਕ ਹੁੰਦਾ ਉਹ ਮਨੋ ਮਨੀ ਖੁਸ਼ ਹੋ ਰਿਹਾ ਹੁੰਦਾ, ਉਹ ਮਨੋ ਮਨੀ ਖੁਸ਼ ਹੋ ਰਿਹਾ ਹੁੰਦਾ ਇਹ ਸੋਚ ਕੇ ਜਿਹੜਾ ਦੁੱਧ ਹੈ ਉਹ ਭੁੰਜੇ ਗਿਰ ਗਿਆ, ਮਤਲਬ ਜ਼ਮੀਨ 'ਤੇ ਗਿਰਿਆ ਹੋਇਆ। ਕਹਿੰਦੇ ਮਨ ਦੇ ਵਿੱਚ ਕਹਿ ਰਿਹਾ ਹੁੰਦਾ
भी भला होया मेरा चरखा टुटा जिंद अजाबों छुट्टी, भी शुक्र है कहते बई मैनू दोबारा दूध नहीं मिलिया पीने वास्ते। वो मतलब इन्होंने गलों के नाल ही कहते मतलब इस कहानी के विचकार सानू भूआ भतीजे के प्यार के मोह के बारे कटे पता लगता है भी पुराने जोड़े रिश्ते हैं उन्होंने विचकार कितनी खिंच होंदी सी। बेशक अज के समय में बच्चे असी बहुत ज़्यादा बिजी हो गए हैं, पर सानू चाहिए भी असी कुछ समा अपने परिवारक रिश्तों के वास्ते भी कढ़ीए। स्पैशली असी लोग जोड़े घर के विचकार फैमिली अगर ले लो तो बच्चे बैठे हैं, पेरेंट्स बैठे हैं, कोई जना भी बैठा बस मोबाइल चुक्या और मोबाइल के अपना लग गया, कोई गेम खेलन लग गया, कोई चैटिंग करने लग गया, किसी को किसी वास्ते समा ही नहीं रहा। तो बेटा परिवार के नाल समा बिताना बहुत वधिया गल है, वो सानू अपने रिश्तों की अहमियत भी पता लगती है, क्योंकि ये रिश्ते बेटा सानू दोबारा नहीं मिलते। बेशक माँ प्यो का रिश्ता कह लो, किसी भी रिलेशन की असीं गल करिए तो ये साडी जीवन के विचकार इन्हां दी एक खास जगह होंदी है बेटे, सानू इन्हां दी कदर करनी चाहिए। ठीक है, इस पाठ के विचों सानू रिश्तियां नूं अहमियत देने बारे भी दस्सिया गया बेटे, कदर करनी चाहिए। तो घर आए मेहमान नूं खिड़े मत्थे बेटे स्वीकार करना चाहिए। खिड़े मत्थे अपना किसी के आन पर अपना मन दुखी नहीं करना चाहिए, क्योंकि मेहमान उस घर के विचकार आते हैं जोड़े घर के विचकार चार जी होते हैं ना। कहते बड़ा भागा वाला घर होता है जितने मेहमान आते हैं। तो जे असी किसी मेहमान को मत्था चढ़ा दिए या मत्थे से वट पा लीए किसी के आन पर, तो कोई भी साढ़े घर के बेटे आना पसंद नहीं करेगा। सानू रिश्तों को अहमियत देनी चाहिए। मोबाइल वर्गिया चीज़ों तो सानू दूर रहना चाहिए। ठीक है, अज लोड़ बन गई है मोबाइल, ये बिना नहीं सकता, बट फिर भी कुछ समा अपनी लोड़ के मुताबिक यूज़ करो, पर रिश्तों वास्ते भी समा नहीं करना। ठीक है बेटा, इस पाठ के असी प्रश्न उत्तर करांगे। तो ये जड़े भी पाठ जिन्हें भी करवाए उन्होंने किसने किसनों कहे भी तुसी अपना बेटे नाल प्रिपेयर करना। जरूरी नहीं भी अगर चैप्टर के पीछे तुम तां ही करोगे, अगर चैप्टर की बैक साइड पर एक्सरसाइज नहीं है, अभ्यास वाले पोर्शन नहीं है, तो भी तो आ सकते हैं चैप्टर्स जोड़े करवाए हुए हैं क्वेश्चन आंसर्स वाले, उन्होंने फिर भी तो बेटे किसने किसनों कहे जोड़ा वाला एक टॉपिक होंगे थोड़ा फिर भी आ सकता है। स्पैशली जोड़े ब्रैक थोड़े वो विचकार इन्वर्टेड कोमास होंगे हैं, उन्होंने अच्छी तरह रिवाइज कराया करो, पाठ को चंगी तरह पढ़ना है और प्रश्न उत्तर बेटे खुद करने हैं। ठीक है जी, धन्यवाद।